friends. How are you? Are you fine? Good. Very good. All of you are fine. Today we are to do the next tense, that is past perfect continuous tense. And what is the identification of this tense? Identification is ਪੰਜਾਬੀ ਦੇ ਵਾਕਾਂ ਦੇ ਵਿੱਚ ਤੋਂ ਰਿਹਾ ਸੀ, ਤੋਂ ਰਹੇ ਸਨ, ਤੋਂ ਰਹੀ ਸੀ, ਇਹ ਸ਼ਬਦ ਹੁੰਦੇ ਨੇ। ਮੀਨਿੰਗ ਕਿ ਬੀਤੇ ਸਮੇਂ ਦੇ ਵਿੱਚ ਕੁਝ ਸਮੇਂ ਤੋਂ ਕੰਮ ਚੱਲ ਰਿਹਾ ਸੀ, ਮਤਲਬ ਕਿ ਅਜੇ ਕੰਮ ਕੰਪਲੀਟ ਨਹੀਂ ਸੀ ਹੋਇਆ, the work was not completed yet, ਔਰ ਚੱਲ ਰਿਹਾ ਸੀ ਔਰ ਉਹ ਵੀ ਬੀਤੇ ਸਮੇਂ ਦੇ ਵਿੱਚ। ਤੇ ਇਸ ਕਰਕੇ ਇਹੋ ਜਿਹੇ ਜਿਹੜੇ ਸੈਂਟੈਂਸਸ ਹੁੰਦੇ ਨੇ they belong to past perfect continuous tense। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਦੀ ਸਟਰਕਚਰ ਜਾਂ ਪੈਟਰਨ ਜਾਂ ਫਰੇਮਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਜਦੋਂ ਅਸੀਂ ਟ੍ਰਾਂਸਲੇਸ਼ਨ ਕਰਨੀ ਹੈ। ਐਟ ਦੈਟ ਟਾਈਮ ਵਾਟ ਵੀ ਹੈਵ ਟੂ ਡੂ, ਤਾਂ ਸਾਨੂੰ ਯਾਦ ਰੱਖਣਾ ਪਏਗਾ ਕਿ ਜਦੋਂ ਅਸੀਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਕਰਦੇ ਸੀ ਤਾਂ ਉਸ ਵੇਲੇ ਮੈਂ ਤੁਹਾਨੂੰ ਦੱਸਿਆ ਸੀ ਕਿ ਸਬਜੈਕਟ ਤੋਂ ਬਾਅਦ ਹੈਜ਼ ਬੀਨ ਜਾਂ ਹੈਵ ਬੀਨ ਲਗਾਇਆ ਜਾਂਦਾ ਸੀ, ਪਰ ਇੱਥੇ ਨਾ ਤਾਂ ਹੈਜ਼ ਤੇ ਨਾ ਹੈਵ ਦਾ ਹੀ ਕੋਈ ਫੰਡਾ ਹੈ। only we have to remember that here we have to use had been, ਭਾਵੇਂ ਕਿ ਸਬਜੈਕਟ ਸਿੰਗੂਲਰ ਹੋਵੇ ਪਲੂਰਲ ਹੋਵੇ ਜੋ ਵੀ ਹੋਵੇ, ਅਸੀਂ ਸਿਰਫ had been ਲਗਾਉਣਾ ਸਬਜੈਕਟ ਤੋਂ ਬਾਅਦ। ਪਹਿਲਾਂ ਸਬਜੈਕਟ ਲੱਗੇਗਾ, ਉਸ ਤੋਂ ਬਾਅਦ had been ਲੱਗੇਗਾ, ਫਿਰ ਵਰਬ ਦੀ ਪਹਿਲੀ ਫਾਰਮ ਲੱਗੇਗੀ ਨਾਲ ing, ਫਿਰ ਆਬਜੈਕਟ ਤੇ ਫਿਰ ਪ੍ਰੈਪੋਜੀਸ਼ਨ ਫॉर ਔਰ ਸਿੰਸ ਲੱਗੇਗੀ ਤੇ ਫਿਰ ਟਾਈਮ ਲੱਗੇਗਾ, ਟਾਈਮ ਮੈਂਸ਼ਨ ਕੀਤਾ ਜਾਏਗਾ। ਹੁਣ ਅਗੇਨ ਉਹੀ ਸਵਾਲ ਫਿਰ ਪੈਦਾ ਹੁੰਦਾ ਹੈ ਕਿ ਕਿੱਥੇ ਤੇ ਅਸੀਂ ਫਾਰ ਲਗਾਉਣਾ ਹੈ ਤੇ ਕਿੱਥੇ ਸਿੰਸ ਲਗਾਉਣਾ ਹੈ। ਉਹ ਮੈਂ ਇੱਕ ਵਾਰ ਰਿਪੀਟ ਕਰ ਦਿਆਂ। ਪਿੱਛੇ ਜਦੋਂ ਅਸੀਂ ਕਰਦੇ ਸੀ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ, ਐਟ ਦੈਟ ਟਾਈਮ ਆਈ ਹੈਡ ਟੋਲਡ ਯੂ ਦੈਟ for the definite time we use since if the time is definite, but if the time is indefinite then we use for। ਤਾਂ ਸਵਾਲ ਇਹ ਪੈਦਾ ਹੁੰਦਾ ਹੈ, ਪਹਿਲਾਂ ਵੀ ਭਾਵੇਂ ਮੈਂ ਦੱਸੇ ਸੀ, ਰਿਪੀਟ ਕਰ ਰਿਹਾ ਕਿ ਇਨਡੈਫਿਨਿਟ ਟਾਈਮ ਤੇ ਡੈਫਿਨਿਟ ਟਾਈਮ ਦਾ ਮੀਨਿੰਗ ਕੀ ਹੈ। ਜੇ ਤੇ ਟਾਈਮ ਜਿਹੜਾ ਪੱਕਾ ਹੀ ਹੋਵੇ, ਜਿਵੇਂ ਕਿ ਸਵੇਰ ਤੋਂ, ਕੱਲ ਤੋਂ ਜਾਂ 2010 ਤੋਂ ਐਟਸੈਟਰਾ, ਤੇ ਉਸ ਨੂੰ ਅਸੀਂ ਪੱਕਾ ਟਾਈਮ ਗਿਣਦੇ ਹਾਂ। ਜੇ ਡੈਫੀਨਿਟ ਟਾਈਮ ਗਿਣਦੇ ਹਾਂ ਵੀ ਉਹਨੂੰ ਸਮਝਦੇ ਹਾਂ, ਦੈਟ ਇਜ਼ ਕੰਸੀਡਰਡ ਟੂ ਬੀ ਅ ਡੈਫੀਨਿਟ ਟਾਈਮ। ਪਰ ਜੇਕਰ ਇਸ ਤਰ੍ਹਾਂ ਹੋਵੇ ਕਿ 2 ਘੰਟਿਆਂ ਤੋਂ ਜਾਂ 4 ਦਿਨਾਂ ਤੋਂ ਜਾਂ 4 ਮਹੀਨਿਆਂ ਤੋਂ ਜਾਂ 5 ਸਾਲਾਂ ਤੋਂ, ਮੀਨਿੰਗ ਕਿ ਉਹ ਪਤਾ ਨਹੀਂ 2 ਘੰਟੇ ਦੀ ਗੱਲ ਹੈ ਤੇ ਕੀ ਪਤਾ 7 ਤੋਂ ਲੈ ਕੇ 9 ਵਜੇ ਦਾ ਟਾਈਮ ਹੈ ਜਾਂ 11 ਤੋਂ 1 ਵਜੇ ਦਾ ਟਾਈਮ ਹੈ ਜਾਂ ਸ਼ਾਮ ਨੂੰ 4 ਤੋਂ 6 ਵਜੇ ਦਾ ਟਾਈਮ ਹੈ। whatsoever it is, we don't know anything about the definite time, that's why we use for indefinite time। जो टाइम पक्का नहीं है, जो टाइम के डेफिनेट नहीं है, indefinite है, ਉਹਦੇ ਵਾਸਤੇ ਅਸੀਂ for यूज करते ਹਾਂ ਪ੍ਰੈਪੋਜੀਸ਼ਨ, ਤੇ ਜੇਕਰ ਡੈਫੀਨਿਟ ਟਾਈਮ ਹੈ ਉਹਦੇ ਵਾਸਤੇ ਸਿੰਸ यूज करते ਹਾਂ। ਲੈਟ ਅਸ ਪ੍ਰੋਸੀਡ ਫਰਦਰ। ਅੱਗੇ ਹੈ ਕਿ ਨੈਗੇਟਿਵ ਸੈਂਟੈਂਸ ਨੇ ਤੇ ਉਹਨਾਂ ਨੂੰ ਅਸੀਂ ਕਿਵੇਂ ਬਣਾਉਣਾ ਹੈ। ਨੈਗੇਟਿਵ ਸੈਂਟੈਂਸ ਦੇ ਵਿੱਚ ਤੇ ਨਾਟ ਅਸੀਂ ਐਡ ਕਰ ਦੇਣਾ ਹੈ ਇਨ ਬਿਟਵੀਨ had and been, had not been, the rest of the things remain as such। ਬਾਕੀ ਸਾਰੀ ਚੀਜ਼ਾਂ ਉਸ ਤਰ੍ਹਾਂ ਹੀ ਰਹਿੰਦੀਆਂ ਨੇ, ਸਿਰਫ had been ਤੇ in between not ਅਸੀਂ ਇਨਕੋਰਪੋਰੇਟ ਕਰ ਦੇਣਾ ਹੈ, ਇਹ ਲਗਾ ਦੇਣਾ ਹੈ ਤੇ ਬਾਕੀ ਸਭ ਕੁਝ ਸੇਮ ਹੀ ਰਹੇਗਾ। ਤੇ ਜਿਹੜੇ ਕੁਐਸਚਨ ਮਾਰਕ ਨੇ, ਇੰਟਰੋਗੇਟਿਵ ਸੈਂਟੈਂਸਸ ਨੇ, ਉਹਦੇ ਵਿੱਚ ਆਟੋਮੈਟਿਕਲੀ had ਜੋ ਹੈ ਉਹ ਸਬਜੈਕਟ ਤੋਂ ਪਹਿਲਾਂ ਲਗਾ ਦੇਵਾਂਗੇ ਤੇ ਬਾਕੀ ਸਾਰੀਆਂ ਚੀਜ਼ਾਂ, ਬਾਕੀ ਸਾਰੀਆਂ ਹੀ ਜੋ ਟਰਮਸ ਨੇ ਉਹ ਇਸ ਤਰ੍ਹਾਂ ਹੀ ਲਿਖ ਦਾਂਗੇ ਕਿ ਵੀ had, I am repeating it, had plus subject plus been plus first form of the verb, then ing, then object, again for or since, and in the end time। Now let us take some examples to prove our point। पहली एग्जाम्पल है
ਅਫਰਮੇਟਿਵ ਸੈਂਟੈਂਸ ਦੀ ਹਾਂ-ਵਾਚਕ ਸੈਂਟੈਂਸ ਦੀ ਮਾਲੀ ਸਵੇਰ ਤੋਂ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ। ਸਵੇਰ ਤੋਂ ਤੇ ਇਹ ਹੁਣ ਡੈਫੀਨਿਟ ਟਾਈਮ ਹੈ, ਇਸ ਕਰਕੇ ਅਸੀਂ ਸਿੰਸ ਦੀ ਵਰਤੋਂ ਕਰਾਂਗੇ। ਮਾਲੀ ਸਵੇਰ ਤੋਂ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ। ਦ ਗਾਰਡਨਰ had been watering the plants, watering the plants since morning. The gardener had been watering the plants since morning. Some of the students write it like this: the gardener had been giving the water to the plants. That is absolutely wrong. That is not correct. Water जो शब्द है ये वर्ब भी है ते नाउन भी है। ऐसे नाउन वाटर का मतलब होता है पानी, ऐसा वर्ब वाटर का मीनिंग होता है पानी देना, पानी देना। You know that there are a number of words which are used both as noun as well as verbs also, and water is one of them. So we will write the gardener had been watering the plants since morning. Since क्यों लगाया? I have already explained it. ਤੁਸੀਂ 2 ਦਿਨਾਂ ਤੋਂ ਸਕੂਲ ਨਹੀਂ ਆ ਰਹੇ ਸੀ। You had not been coming to school. Now 2 ਦਿਨਾਂ ਤੋਂ 4 2 days, for 2 days। क्यों? क्योंकि ये 2 दिन ਜਿਹੜੇ ਹੈ ਨਾ ਇਹ indefinite time है, we don't know ਕਿਹੜੇ 2 ਦਿਨ। And next one is interrogative sentence ਕਿ ਅਧਿਆਪਕ 3 ਦਿਨਾਂ ਤੋਂ ਕਲਾਸ ਨਹੀਂ ਲੈ ਰਿਹਾ ਸੀ। ਇਹ ਹੁਣ ਮਿਕਸਡ ਹੈ, ਇਹਦੇ ਚ ਕੁਐਸਚਨ ਵੀ ਪੁੱਛਿਆ ਗਿਆ ਤੇ ਨੈਗੇਟਿਵ ਵੀ ਹੈ, ਇਹਨਾਂ ਦਾ ਬਲੈਂਡ ਹੈ, ਮਿਕਸ ਹੈ। ਕਿ ਅਧਿਆਪਕ 3 ਦਿਨਾਂ ਤੋਂ ਕਲਾਸ ਨਹੀਂ ਲੈ ਰਿਹਾ ਸੀ। Had the teacher not been teaching the class 10 ਦਿਨਾਂ ਤੋਂ for 3 days। Had the teacher not been teaching the class for 3 days, कई बार teaching ਦੀ ਥਾਂ ਤੇ taking the class भी यूज ਕੀਤਾ ਜਾਂਦਾ ਹੈ, ਉਹ ਗਲਤ ਵੀ ਨਹੀਂ ਹੈ, ਪਰ proper word ਜੋ teaching the class that is proper one। ਤਾਂ ਇਸ ਤਰ੍ਹਾਂ ਦੇ ਨਾਲ ਇੱਕ ਐਗਜ਼ਾਮਪਲ ਦੇ ਨਾਲ ਮੈਂ ਤੁਹਾਨੂੰ ਇਹ ਦੱਸਿਆ ਹੈ ਕਿ ਕਿਸ ਪ੍ਰਕਾਰ ਇਸ ਦਾ ਪੈਟਰਨ ਹੈ ਔਰ ਕਿਸ ਤਰ੍ਹਾਂ ਅਸੀਂ ਇਸ ਦੀ ਟ੍ਰਾਂਸਲੇਸ਼ਨ ਕਰਨੀ ਹੈ ਜਾਂ ਫਿਰ ਆਇਡੈਂਟੀਫਾਈ ਕਿਸ ਤਰ੍ਹਾਂ ਕਰਨਾ ਹੈ। ਅਤੇ ਹੁਣ ਅਸੀਂ ਇੱਕ ਐਕਸਰਸਾਈਜ਼ ਕਰਾਂਗੇ। ਪਿਆਰੇ ਵਿਦਿਆਰਥੀਓ, may I tell you, practice makes a man perfect। ਬਹੁਤ ਸਾਰੇ ਸਟੂਡੈਂਟਸ ਕਲੇਮ ਕਰਦੇ ਨੇ ਕਿ ਸਰ ਸਾਨੂੰ ਟੈਂਸ ਆਉਂਦੇ ਨੇ, ਤੁਸੀਂ ਇੱਕ ਕਸਿਆ ਪਿਟਿਆ ਜਿਹਾ ਟੌਪਿਕ ਕਿੱਥੋਂ ਚੱਕ ਲਿਆ ਕਿ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ, ਟੈਂਸ ਤਾਂ ਸਾਰਿਆਂ ਨੂੰ ਆਉਂਦੇ ਨੇ, ਕਲੇਮ ਕਰਦੇ ਨੇ। ਪਰ ਇਹ ਮੇਰਾ ਦਾਅਵਾ ਹੈ ਕਿ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਇਸ ਟੈਂਸ ਨੂੰ ਆਇਡੈਂਟੀਫਾਈ ਕਰੋ ਜਾਂ ਕੋਈ ਅਸੀਂ 10 ਸੈਂਟੈਂਸ ਲਿਖਾ ਦਿੰਦੇ ਆ ਨਾ ਤੇ ਉਸ ਤੋਂ ਬਾਅਦ ਕਹਿੰਦੇ ਆ ਕਿ ਯੂ ਸ਼ੁਡ ਟ੍ਰਾਂਸਲੇਟ ਇਟ, ਤੇ ਫਿਰ ਉਹ ਇੱਥੇ ਟਪਲਾ ਖਾ ਜਾਂਦੇ ਨੇ, ਗਲਤੀਆਂ ਕਰਦੇ ਨੇ, ਦੇਰ ਆਰ ਸੋ ਮੈਨੀ ਐਰਰਸ। ਇਸ ਕਰਕੇ ਮਾਸਟਰੀ ਜੋ ਹੈ ਨਾ ਟੈਂਸਾਂ ਦੀ ਹੋਣੀ ਇਹ ਬਹੁਤ ਬਹੁਤ ਜ਼ਰੂਰੀ ਹੈ, ਸਾਰੀਆਂ ਕਲਾਸਾਂ ਦੇ ਵਾਸਤੇ ਵੀ ਤੇ ਸਾਰੇ ਆਇਲਸ ਐਸਪਾਇਰੈਂਟਸ ਦੇ ਵਾਸਤੇ ਵੀ, ਕੰਪੀਟੀਟਿਵ ਟੈਂਸਾਂ ਕੰਪੀਟੀਟਿਵ ਐਗਜ਼ਾਮੀਨੇਸ਼ਨ ਦੇ ਵਾਸਤੇ ਵੀ। I mean to say that if we wish to learn English properly, the base or the foundations are the tenses and we must master it properly। ਹੁਣ ਅਸੀਂ ਇੱਕ ਐਕਸਰਸਾਈਜ਼ ਕਰਾਂਗੇ tense and tenses ਦੀ। Okay dear students, now we will do an exercise in order to inform our knowledge whatsoever we have learned।
ਤਾਂ ਕਿ ਜੋ ਕੁਝ ਅਸੀਂ ਪੜ੍ਹਿਆ ਹੈ ਉਹ the first sentence of this exercise is ਲੜਕੇ 2 ਘੰਟਿਆਂ ਤੋਂ ਸ਼ੋਰ ਮਚਾ ਰਹੇ ਸਨ। The boys had been making a noise for 2 hours. For 2 hours, because the time is indefinite here, that's why past has been used. ਅਸੀਂ ਸਵੇਰ ਤੋਂ ਪਾਠ ਯਾਦ ਕਰ ਰਹੇ ਸਾਂ। We had been learning our lesson since morning. Since morning, ਸਵੇਰ ਤੋਂ। Third one is ਮਜ਼ਦੂਰ 3 ਮਹੀਨਿਆਂ ਤੋਂ ਸੜਕ ਬਣਾ ਰਹੇ ਸਨ। The laborers had been constructing the road for 10 महीने तो for 3 months. दुकानदार कल तो दुकाना नहीं खोल रहे सन। The shopkeeper had not been opening their shops in a Japan, custom since yesterday. Definite time since yesterday. इस वेळ तो बूंदाबांदी हो रही थी। बूंदाबांदी का पता ही है, स्लो स्लो बारिश होनी। Had it been drizzling since morning, sign of interrogation, because it is interrogative sentence. किसान एक हफ्ते तो फसल बीज रहे सन। The farmers had been sowing the crops, sowing the crops for a week. Week, W double E K, एक वीक ਹੁੰਦਾ ਹੈ W E A K, ਉਹਦਾ ਮਤਲਬ ਹੁੰਦਾ ਹੈ ਕਮਜ਼ੋਰ। ਇਸ ਦਾ ਮਤਲਬ ਹੁੰਦਾ ਹੈ ਹਫਤਾ। We are to take care of the spellings also. Next 7, ਪ੍ਰਿੰਸੀਪਲ ਸਾਹਿਬ 2 ਘੰਟਿਆਂ ਤੋਂ ਜੇਤੂ ਨੂੰ ਇਨਾਮ ਵੰਡ ਰਹੇ ਸਨ। The principal had been distributing the prizes among the winners in a Japan 2 घंटे for 2 hours. For 2 hours. Winners ਜੇਤੂ ਹੁੰਦੇ ਨੇ ਜਿਨ੍ਹਾਂ ਨੇ ਕਿਸੇ ਵੀ ਫੀਲਡ ਦੇ ਵਿੱਚ ਕੁਝ ਐਕਟਿਵਿਟੀ ਕੀਤਾ ਹੋਵੇ। ਕਿਸਾਨ 3 ਮਹੀਨਿਆਂ ਤੋਂ ਰੋਜ਼ ਕਰ ਰਹੇ ਸਨ। The farmers had been staging
a protest. Staging a protest. Protest rules on the stage करना होता है staging a protest कितने चेक तो 10 महीने तो for 3 months. Next one is Dr. Shweta Rogi the operation cardiac C. The doctor had been operating the patient since morning. Sweet on definite time since morning. And last sentence is कि बुलबुल 7 दिन तो मिठे गीत गा रही थी बुलबुल नाइटिंगेल had the nightingale been singing sweet songs in a church 7 दिन तो for 7 days and no doubt sign of interrogation. Had the nightingale been singing sweet songs for 7 days? Okay, students, these were the exercise. And if you will write some of the sentences from your own part, using your own mind and brain, and then translate it into English, that would be an extra thing which you will do to increase your knowledge of this very tense. And I expect that you will do it. And now there is an assignment also. I will write the assignment in Punjabi only, and you have to translate it into English yourself. ਇੱਕ ਵਾਰੀ ਬੋਲ ਕੇ ਦੱਸ ਦਿਆਂਗਾ ਕਿ ਇਹਦਾ ਇਹ ਬਣਦਾ ਹੈ, ਇਹਦਾ ਇਹ ਬਣਦਾ ਹੈ, ਪਰ ਤੁਸੀਂ ਇਸ ਨੂੰ ਆਪਣੀਆਂ ਨੋਟਬੁੱਕਸ ਦੇ ਵਿੱਚ ਆਪਣੇ ਆਪ ਟਰਾਈ ਕਰਨੀ ਹੈ ਤੇ ਉਸ ਤੋਂ ਬਾਅਦ ਇਹ ਜੋ ਪਾਸਟ ਪਰਫੈਕਟ ਕੰਟੀਨਿਊਸ ਟੈਂਸ ਹੈ ਜਿਸ ਨੂੰ ਕਿ ਕੰਪੈਰੀਟਿਵਲੀ ਜੋ ਸਟੂਡੈਂਟਸ ਨੇ ਜਾਂ ਐਸਪਾਇਰੈਂਟਸ ਨੇ ਸਮਝਦੇ ਨੇ ਕਿ ਥੋੜਾ ਜਿਹਾ ਡਿਫਿਕਲਟ ਹੈ you will not feel that it is the difficult tense. Okay, students, we will do an assignment also. I will also assign you an assignment. Okay, students, now there is an assignment for you. I will speak orally. मैं बोलांगा बोल के दसांगा but you are to write it in your notebook yourself. पहला सेंटेंस है व्यापारी 5 दिनों तो रोस मार्च कर रहे सन. The businessmen had been staging a protest march for 5 days. पंछी सवेर का आकाश में उड़ रहे सन. The birds had been flying in the sky since morning. ਅਸੀਂ 3 ਮਹੀਨੇ ਤੋਂ ਸਖਤ ਮਿਹਨਤ ਕਰ ਰਹੇ ਸੀ. We had been working hard for 3 months. ਕੀ ਤੁਸੀਂ 2 ਮਹੀਨੇ ਤੱਕ ਯੋਗਾ ਕਰ ਰਹੇ ਸੀ? Had you been practicing yoga for 2 months? प्रोफेसर कल तो क्लास में नहीं पढ़ा रहा सी. The professor had not been teaching the class since yesterday. कि लीडर 2 घंटे भाषण दे रहे सी. Had the leader been making a speech for 2 hours or delivering a speech for 2 hours? कि कभी सवेर तो कपड़े धो रहा सी. Had the washerman been washing the clothes since morning? खिडारी 3 दिन तो क्रिकेट की प्रैक्टिस कर रहे सन. The players had been doing the practice of cricket for 3 days. की सवेर तो मूसलाधार बरखा हो रही सी. Had it been raining in cats and dogs since morning? Or in the other way, had it it been raining heavily since morning? 4 दिन से बारिश हो रही सी. Had it been raining heavily since morning? 5 दिन से बारिश हो रही सी. Had it been raining heavily since morning? 6 दिन से बारिश हो रही सी. 7 दिन से बारिश हो रही सी. 8 दिन से बारिश हो रही सी. 9 दिन से बारिश हो रही सी. 10 दिन से बारिश हो रही सी. 11 दिन से बारिश हो रही सी. 12 दिन से बारिश हो रही सी. 13 दिन से बारिश हो रही सी. 14 दिन से बारिश हो रही सी. 15 दिन से बारिश हो रही सी. 16 दिन से बारिश हो रही सी. 17 दिन से बारिश हो रही सी. 18 दिन से बारिश हो रही सी. 19 दिन से बारिश हो रही सी. 20 दिन से बारिश हो रही सी. 21 दिन से बारिश हो रही सी. 22 दिन से बारिश हो रही सी. 23 दिन से बारिश हो रही सी. 24 दिन से बारिश हो रही सी. 25 दिन से बारिश हो रही सी. 26 दिन से बारिश हो रही सी. 27 दिन से बारिश हो रही सी. 28 दिन से
ਅਸੀਂ 7 ਦਿਨਾਂ ਤੋਂ ਤੁਹਾਡੀ ਉਡੀਕ ਕਰ ਰਹੇ ਸਾਂ। We had been waiting for you for 7 days. We have been waiting for you for 7 days. Now it is your duty to write it in your notebook so that your knowledge may be confirmed or increased, and you may be able to write the sentences which are related to this very tense, which is known as past perfect continuous tense. And dear students, now it is your turn. You should like this video and you should subscribe my channel. Also share this video with your near and dear ones so that each and everybody may avail the chance of learning this very tense very efficiently. Okay, thank you very much for listening to me for a long time. Good luck.